ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 10ਵਾਂ ਭਾਗ 14 ਰਤਨਾਂ ਦੀ ਵੰਡ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗ ਊੜਾ ਵਿਸ਼ਨੂੰ ਭਗਵਾਨ। ਨੰਬਰ 1 ਕੌਸ਼ਤਭ ਨਾਮੇ ਮਣੀ। ਨੰਬਰ 2 ਲਖਮੀ। ਨੰਬਰ 3 ਕਲਪ ਬ੍ਰਿਸ਼ ਅਥਵਾ ਪਾਰਜਾਤ ਰੁੱਖ। ਨੰਬਰ 4 5 ਜਨੇ ਸ਼ੰਖ ਅਤੇ ਨੰਬਰ 5 ਸਾਰੰਗ ਭਾਵ ਧਨੁਖ। ਭਾਗ ਐੜਾ ਦੇਵਰਾਜ ਇੰਦਰ। ਨੰਬਰ 1 ਕਾਮਧੇਨ ਗਊ। ਨੰਬਰ 2 ਰੰਭਾ ਅਪਸਰਾ ਅਤੇ ਨੰਬਰ 3 ਐਰਾਵਤ ਹਾਥੀ। ਭਾਗ ਈੜੀ ਮਹਾਦੇਵ ਸ਼ਿਵ ਜੀ। ਨੰਬਰ 1 ਕਾਲਕੂਟ ਜ਼ਹਿਰ। ਨੰਬਰ 2 ਦੂਜ ਦਾ ਚੰਦਰਮਾ। ਭਾਗ ਸੱਸਾ ਸੂਰਜ। ਉੱਚ ਸ਼ਰਵਾ ਘੋੜਾ ਭਾਵ ਉੱਚੇ ਕੰਨਾਂ ਵਾਲਾ ਘੋੜਾ। ਅੱਗੇ ਤੁਰਨ ਤੋਂ ਪਹਿਲਾਂ ਸੂਰਜ ਭਗਵਾਨ ਨਾਲ ਪੂਰੀ ਜਾਣਕਾਰੀ ਕਰ ਲਈਏ। ਸੂਰਜ ਦੇ ਜਨਮ ਦਾ ਹਾਲ। ਸ਼ਿਵ ਜੀ ਦੀ ਪਤਨੀ ਪਾਰਬਤੀ ਦੇ ਮਰੇ ਹੋਏ ਬੱਚੇ ਨੂੰ ਹਾਥੀ ਦਾ ਸਿਰ ਲਾ ਕੇ ਗਣੇਸ਼ ਦੇਵਤਾ ਬਣਾ ਦਿੱਤਾ ਤੇ ਫਿਰ ਉਸ ਵੱਡੇ ਕੱਦ ਵਾਲੇ ਹਾਥੀ ਮਨੁੱਖ ਦੇਵਤੇ ਨੂੰ ਸਵਾਰੀ ਇੱਕ ਚੂਹੇ ਦੀ ਦੇ ਕੇ ਉਸ ਨਾਲ ਘਟੀਆ ਮਸ਼ਕਰੀ ਕੀਤੀ ਸੀ। ਇਸੇ ਤਰ੍ਹਾਂ ਧਰਤੀ ਨਾਲੋਂ ਲੱਖਾਂ ਗੁਣਾ ਵੱਡੇ ਅਤੇ ਭਿਆਨਕ ਅੱਗ ਦੇ ਗੋਲੇ ਸੂਰਜ ਨੂੰ ਸਫ਼ਰ ਕਰਨ ਲਈ ਰੱਥ ਦੇ ਕੇ ਅੱਗੇ ਇੱਕ ਘੋੜਾ ਜੋੜ ਦਿੱਤਾ। ਸੂਰਜ ਦੀ ਪੈਦਾਇਸ਼ ਦੀ ਗਾਥਾ ਗਣੇਸ਼ ਦੇ ਜਨਮ ਨਾਲੋਂ ਵੀ ਵੱਧ ਵਚਿੱਤਰ ਹੈ। ਮਾਰਕੰਡੇ ਪੁਰਾਣ ਵਿੱਚ ਕਥਾ ਹੈ ਕਿ ਬੁੱਧ ਗ੍ਰਹਿ ਦੇ ਸਰਾਪ ਨਾਲ ਅਦਿਤੀ ਦਸ਼ ਅਥਵਾ ਦਕਸ਼ ਦੀ ਪੁੱਤਰੀ ਅਤੇ ਕਸ਼ਯਪ ਦੀ ਇਸਤਰੀ ਦੇਵਤਿਆਂ ਦੀ ਜਨਮਦਾਤੀ। ਸੂਰਜ ਦੀ ਇਹ ਜਨਮ ਕਥਾ ਬਚਿੱਤਰ ਨਾਟਕ ਦਾ ਹਿੱਸਾ ਹੈ। ਦੇ ਗਰਭ ਵਿਚਲਾ ਪਿੰਡ ਗਲ ਗਿਆ ਸੀ। ਕਸ਼ਯਪ ਨੇ ਆਪਣੀ ਸ਼ਕਤੀ ਨਾਲ ਮੋਏ ਹੋਏ ਆਂਡੇ ਨੂੰ ਜੀਵਨ ਦਾਨ ਦਿੱਤਾ ਅਤੇ ਸੂਰਜ ਦਾ ਜਨਮ ਹੋਇਆ। ਪਰ ਬੁੱਧ ਦੇ ਸਰਾਪ ਕਾਰਨ ਉਸ ਦਾ ਇੱਕ ਹਿੱਸਾ ਮੁਰਦਾ ਹੀ ਰਿਹਾ ਸੀ। ਵਿਸ਼ਵਕਰਮਾ ਦੀ ਧੀ ਸੰਜਨਾ ਦਾ ਜਦ ਸੂਰਜ ਨਾਲ ਵਿਆਹ ਹੋਇਆ ਤਾਂ ਉਸ ਨੇ ਸੂਰਜ ਦੀ ਗਰਮੀ ਬਾਰੇ ਪਿਤਾ ਕੋਲ ਸ਼ਿਕਾਇਤ ਕੀਤੀ ਤਾਂ ਵਿਸ਼ਵਕਰਮਾ ਨੇ ਆਪਣੇ ਜਵਾਈ ਸੂਰਜ ਨੂੰ ਫੜ ਕੇ ਆਪਣੇ ਖਰਾਤ 'ਤੇ ਚਾੜ੍ਹ ਕੇ ਉਸ ਮੁਰਦਾ ਹਿੱਸੇ ਨੂੰ ਛਿੱਲ ਕੇ ਲਾਹ ਦਿੱਤਾ ਸੀ। ਇਸ ਤਰ੍ਹਾਂ ਮਾਂ ਦੇ ਪੇਟ ਵਿੱਚੋਂ ਹੀ ਕਮਜ਼ੋਰ ਆਏ ਅਤੇ ਫਿਰ ਸਹੁਰੇ ਦੇ ਖਰਾਦ ਤੋਂ ਛਲਾਈ ਕਰਾ ਲੈਣ ਨਾਲ ਸੂਰਜ ਸਾਰੀ ਧਰਤੀ ਨੂੰ ਠੀਕ ਲੋ ਦੇ ਸਕਣ ਲਈ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸੀ ਸਕਦਾ। ਇਸ ਕਾਰਨ ਇਸ ਨੂੰ ਸਵਾਰੀ ਵਾਸਤੇ ਰੱਥ ਅਤੇ ਘੋੜਾ ਦਿੱਤਾ ਗਿਆ ਸੀ। ਜਮਨਾ ਨਦੀ ਅਤੇ ਜਮਰਾਦ ਵਿਸ਼ਵਕਰਮਾ ਦੇ ਦੋਹਤੇ ਅਤੇ ਸੂਰਜ ਦੇ ਧੀ ਪੁੱਤਰ ਹਨ। ਬ੍ਰਾਹਮਣ ਦੀ ਲਿਖੀ ਇਹ ਗਾਥਾ ਵੀ ਧਰਮ ਗ੍ਰੰਥਾਂ ਦੀ ਪਾਵਨ ਕਥਾ ਬਣ ਗਈ ਅਤੇ ਉਹੀ ਸੂਰਜ ਰਾਜਾ ਕੁੰਤੀ ਭੋਜ ਦੇ ਮਹਿਲੀਂ ਜਾ ਵੜਿਆ ਅਤੇ ਉਸ ਦੀ ਗੋਦ ਲਈ ਕੁਵਾਰੀ ਧੀ ਰਾਜਕੁਮਾਰੀ ਕੁੰਤੀ ਨੂੰ ਗਰਭਵਤੀ ਕਰ ਗਿਆ, ਜਿਸ ਤੋਂ ਸੂਰਜ ਦੀ ਤੀਜੀ ਔਲਾਦ ਕਰਨ ਸੀ। ਜਿਸ ਬ੍ਰਾਹਮਣ ਨੇ ਭਗਵਾਨ ਰਾਮ ਰੂਪ ਵਿਸ਼ਨੂੰ ਜੀ ਦੀ ਘਰਦੀ ਨੂੰ ਚੁਕਵਾ ਕੇ ਰਾਮ ਜੀ ਨੂੰ ਇਸਤਰੀ ਦੇ ਵਿਛੋੜੇ ਕਾਰਨ ਜੰਗਲਾਂ ਵਿੱਚ ਰੋਂਦਾ ਕਰਲਾਉਂਦਾ ਦਰਸਾ ਦਿੱਤਾ ਅਤੇ ਉਸੇ ਵਿਸ਼ਨੂੰ ਭਗਵਾਨ ਨੂੰ ਕਦੇ ਕਸ਼ੂ ਕਦੇ ਮੱਛੀ ਅਤੇ ਕਦੇ ਸੂਰਜ ਬਣਾ ਕੇ ਬੜੇ ਹਾਸੋਹੀਣੇ ਅਤੇ ਪ੍ਰਕਿਰਤਕ ਨਿਯਮਾਂ ਦੇ ਵਿਰੁੱਧ ਕਾਰਜਾਂ 'ਤੇ ਲਾ ਦਿੱਤਾ। ਉਸ ਵਿਪਰ ਜੀ ਅੱਗੇ ਸੂਰਜ ਨੂੰ ਕਿਸੇ ਖਰਾਤ 'ਤੇ ਚਾੜ੍ਹ ਕੇ ਛਿਲਵਾ ਦੇਣਾ ਅਤੇ ਫਿਰ ਉਸ ਨੂੰ ਪਰਾਈ ਧੀ ਦਾ ਸੱਤ ਭੰਗ ਕਰਦਾ ਦਰਸਾ ਦੇਣਾ ਕਿਹੜੀ ਵੱਡੀ ਗੱਲ ਸੀ। ਭਾਗ ਹਾਹਾ ਦੇਵਤੇ ਅੰਮ੍ਰਿਤ। ਭਾਗ ਕੱਕਾ ਦੈਂਤਾਂ ਦੇ ਹਿੱਸੇ ਸੁਰਾ ਸ਼ਰਾਬ ਆਈ। ਭਾਗ ਖਾਖਾ ਧਨੰਤਰ ਵੈਦ ਇਹ ਸੁਤੰਤਰ ਰੂਪ ਵਿੱਚ ਹਕੀਮੀ ਕਰਦਾ ਹੈ। ਪੁਰਾਣਾਂ ਵਿੱਚ ਲਿਖਿਆ ਹੈ ਕਿ ਜਿਹੜਾ ਸਮੁੰਦਰ ਭਾਰਤੀ ਪਹਾੜ ਦੀ ਮਧਾਣੀ ਨਾਲ ਰਿੜਕਿਆ ਗਿਆ ਸੀ ਉਸ ਵਿੱਚ ਪਾਣੀ ਨਹੀਂ ਸਗੋਂ ਦੁੱਧ ਸੀ। ਭੂਗੋਲਕ ਵਿਗਿਆਨੀਆਂ ਨੂੰ ਅੱਜ ਤਾਈਂ ਕਿਸੇ ਦੁੱਧ ਦੇ ਸਮੁੰਦਰ ਦੀ ਸੂਹ ਨਹੀਂ ਮਿਲ ਸਕੀ, ਪਰ ਹੈਰਾਨੀ ਉਸ ਸਮੇਂ ਸਾਰੀਆਂ ਹੱਦਾਂ ਟੱਪ ਜਾਂਦੀ ਹੈ ਜਦ ਪੁਰਾਣਾਂ ਵਿੱਚ ਇਹ ਲਿਖਿਆ ਪੜ੍ਹ ਲਈਏ ਕਿ ਦੁੱਧ ਘਿਓ ਸ਼ਹਿਦ ਪਾਣੀ ਆਦਿ ਵੱਖ-ਵੱਖ ਪਦਾਰਥਾਂ ਦੇ ਭਰੇ ਹੋਏ ਸਮੁੰਦਰ 7 ਹਨ। ਭਾਈ ਗੁਰਦਾਸ ਜੀ ਨੇ ਗੁਰਮੁਖਾਂ ਦੀ ਅਵਸਥਾ ਦਾ ਜ਼ਿਕਰ ਕਰਦਿਆਂ ਪੁਰਾਣਾਂ ਵਿੱਚ ਲਿਖੇ ਇਹਨਾਂ 7 ਸਮੁੰਦਰਾਂ ਦਾ ਜ਼ਿਕਰ ਇਉਂ ਕੀਤਾ ਹੈ। 7 ਸਮੁੰਦ ਉਲੰਘਿਆ
ਦੀਪ ਸੱਤ ਇੱਕ ਦੀਪਕ ਬਲਿਆ। ਵਾਰ ਨੰਬਰ 7, ਪੌੜੀ ਨੰਬਰ 7। ਡਾਕਟਰ ਭਾਈ ਵੀਰ ਸਿੰਘ ਜੀ ਦੀ ਸੰਪਾਦਕੀ ਵਾਲੇ ਗ੍ਰੰਥ ਵਿੱਚ ਇਸ ਤੁਕ ਦੇ ਅਰਥ ਇਸ ਪ੍ਰਕਾਰ ਲਿਖੇ ਹਨ। ਗੁਰਮੁਖ ਸੱਤਾਂ ਸਮੁੰਦਰਾਂ, ਖਾਰੀ, ਖੀਰ, ਦੁੱਧ, ਮੱਧ, ਸ਼ਹਿਦ, ਇੱਕ ਗੰਨੇ ਦਾ ਰਸ, ਜਲ, ਘ੍ਰਿਤ ਘਿਓ ਨੂੰ ਟੱਪ ਗਿਆ ਹੈ। ਭਾਵ ਇਹਨਾਂ ਬਨਾਵਟੀ ਟਕਸੌਲਿਆਂ ਦੇ ਭਰਮ ਤੋਂ ਪਰੇ ਹੋ ਗਿਆ। ਸੱਤਾਂ ਦੀਪਾਂ ਭਾਵ ਸਾਰੇ ਸੰਸਾਰ ਵਿਖੇ ਉਸ ਦੀ ਗੁਰਮੁਖ ਕਰਨੀ ਦਾ ਇੱਕ ਗਿਆਨ ਉਜਿਆਰੇ ਦਾ ਦੀਵਾ ਬਲ ਪਿਆ ਹੈ। ਦਸਮ ਗ੍ਰੰਥਾਂ ਨੱਥੇ ਹੋਏ ਕ੍ਰਿਸ਼ਨ ਅਵਤਾਰ ਵਿੱਚ ਕ੍ਰਿਸ਼ਨ ਜੀ ਅਤੇ ਅਰਜੁਨ ਸ਼ਰਾਬ, ਅਫੀਮ ਆਦਿ ਨਸ਼ਿਆਂ ਵਿੱਚ ਮਦਹੋਸ਼ ਹੋਏ ਬ੍ਰਹਮਾ ਨੂੰ ਇਸ ਗੱਲੋਂ ਮੂਰਖ ਆਦਿ ਕਹਿੰਦੇ ਦਰਸਾਏ ਹੋਏ ਹਨ ਕਿ ਉਸ ਬ੍ਰਹਮਾ ਨੇ ਸ਼ਰਾਬ ਦਾ ਵੀ ਇੱਕ 8ਵਾਂ ਸਮੁੰਦਰ ਕਿਸ ਕਾਰਨ ਨਹੀਂ ਬਣਾਇਆ। ਨੋਟ: ਕ੍ਰਿਸ਼ਨ ਭਗਵਾਨ ਅਤੇ ਉਹਨਾਂ ਦੇ ਅਨੰਨ ਭਗਤ ਅਰਜੁਨ ਦਾ ਇਹ ਵਾਰਤਾਲਾਪ ਇਸੇ ਪੁਸਤਕ ਦੇ ਪਹਿਲੇ ਭਾਗ ਦੇ ਪ੍ਰਕਰਣ ਨੰਬਰ 51 ਕੌੜਾ ਸੱਚ ਵਿੱਚ ਵਿਸਥਾਰ ਨਾਲ ਲਿਖਿਆ ਜਾ ਚੁੱਕਾ ਹੈ। ਸੋ ਅਜਿਹੇ ਸਮੁੰਦਰਾਂ ਵਿੱਚੋਂ ਹੀ ਇੱਕ ਦੁੱਧ ਦਾ ਸਮੁੰਦਰ ਸੀ ਜਿਸ ਨੇ ਭਗਵਾਨਾਂ ਤੋਂ ਚੋਰੀ 14 ਰਤਨ ਲੁਕਾਏ ਹੋਏ ਸਨ। ਭਾਈ ਗੁਰਦਾਸ ਜੀ ਨੇ ਉਸ ਕਥਿਤ ਖੀਰ ਸਮੁੰਦਰ ਵਿੱਚੋਂ ਨਿਕਲੇ ਰਤਨਾਂ ਦੀ ਵੰਡ ਦੇ ਪੁਰਾਣਾਂ ਵਿਚਲੇ ਵੇਰਵੇ ਦਾ ਜ਼ਿਕਰ ਕਰਕੇ ਗੁਰੂ ਦੇ ਉਪਦੇਸ਼ ਨੂੰ ਇਹਨਾਂ ਸਾਰਿਆਂ ਰਤਨਾਂ ਤੋਂ ਉੱਪਰ ਦੱਸਿਆ ਹੈ। ਵਾਰ ਇਸ ਪ੍ਰਕਾਰ ਹੈ: ਖੀਰ ਸਮੁੰਦ ਬਰੋਲ ਕੈ, ਕੜ ਰਤਨ 14 ਵੰਡ ਲੀਤੇ, ਮਣ ਲਖਮੀ ਪਾਰ ਜਾਤ ਸੰਖ ਸਾਰੰਗ, ਧਨਖ ਬਿਸਨ ਵਸ ਕੀਤੇ, ਕਾਮ ਧੇਣ ਤੇ ਅਪਛਰਾਂ, ਅਰਾਪਤ ਇੰਦਰਾਸਣ ਸੀਤੇ, ਕਾਲ ਕੂੜ ਤੇ ਅਰਧ ਚੰਦ, ਮਹਾਦੇਵ ਮਸਤਕ ਧਰ ਪੀਤੇ, ਘੋੜਾ ਮਿਲਿਆ ਸੂਰਜੈ, ਮਦ ਅੰਮ੍ਰਿਤ ਦੇਵ ਦਾਨਵ ਰੀਤੇ, ਕਰੇ ਤਨੰਤਰ ਵੈਦਗੀ, ਡਸਿਆ ਤਸ਼ਕ ਮਤ ਵਿਪਰੀਤੇ, ਗੁਰੂ ਉਪਦੇਸ਼ਕ ਨਿਰਮੂਲ ਕਾ, ਰਤਨ ਪਦਾਰਥ ਨਿਤ ਅਗਣੀਤੇ, ਸਤਿਗੁਰ ਸਿੱਖਾਂ ਸੱਚ ਪਰੀਤੇ। ਵਾਰ ਨੰਬਰ 26, ਪੌੜੀ ਨੰਬਰ 23। ਭਾਈ ਸਾਹਿਬ ਪਹਿਲਾਂ ਰਤਨਾਂ ਦੀ ਵੰਡ ਦਾ ਜ਼ਿਕਰ ਕਰਦੇ ਹਨ, ਫਿਰ 6ਵੀਂ ਤੁਕ ਵਿੱਚ ਤਨੰਤਰ ਵੈਦ ਦੇ ਉਸ ਵਿਸ਼ਵਾਸਘਾਤ ਵੱਲ ਇਸ਼ਾਰਾ ਕਰਦੇ ਹਨ ਜਿਹੜਾ ਇਸ ਰਤਨ ਵੈਦ ਦੇ ਰਚਨਹਾਰੇ ਵਿਪਰ ਜੀ ਨੇ ਹੀ ਇਸ ਦੇ ਸਿਰ ਮੜਿਆ ਹੋਇਆ ਹੈ। ਪੁਰਾਣਾਂ ਵਿੱਚ ਲਿਖੇ ਹੋਏ ਉਸ ਸਾਕੇ ਦਾ ਸੰਖੇਪ ਰੂਪ ਇਉਂਦਾ ਹੈ: ਅਰਜੁਨ ਦੇ ਪੋਤਰੇ ਅਤੇ ਅਭਿਮਨਯੂ ਰਾਜਕੁਮਾਰੀ ਉੱਤਰਾ ਦੇ ਪੁੱਤਰ ਮਹਾਰਾਜੇ ਪਰੀਖਸ਼ਤ ਨੂੰ ਮਾਰ ਦੇਣ ਦੀ ਸਕੀਮ ਬਣਾ ਕੇ ਬੜੀ ਮਿਹਨਤ ਨਾਲ ਉਸ ਤਾਈਂ ਪੁੱਜ ਕੇ ਤਸ਼ਕ ਨਾਮੀ ਨਾਗ ਨੇ ਡਸ ਲਿਆ। ਉਸ ਦੇ ਡਸੇ ਦਾ ਅਮੋਘ ਦਾਰੂ ਉਸ ਸਮੇਂ ਦੇ ਇਸ ਵੈਦ ਰਤਨ ਤਨੰਤਰ ਕੋਲ ਹੀ ਸੀ। ਰਾਜੇ ਦੇ ਹਮਦਰਦੀਆਂ ਨੇ ਝਟਪਟ ਤਨੰਤਰ ਕੋਲ ਸੁਨੇਹਾ ਭੇਜ ਦਿੱਤਾ। ਤਨੰਤਰ ਵੀ ਝਟਪਟ ਤੁਰ ਪਿਆ, ਪਰ ਉਸ ਤਸ਼ਕ ਨਾਗ ਨੇ ਰਸਤੇ ਵਿੱਚ ਹੀ ਇਸ ਵੈਦ ਨੂੰ ਤਕੜੀ ਰਿਸ਼ਵਤ ਦੇ ਦਿੱਤੀ ਤਾਂ ਉਹ ਰਸਤੇ ਵਿੱਚੋਂ ਹੀ ਮੁੜ ਆਇਆ। ਵੈਦ ਰਤਨ ਦੀ ਇਸ ਬੇਈਮਾਨੀ ਅਤੇ ਵਿਸ਼ਵਾਸਘਾਤ ਕਾਰਨ ਬੜੇ ਧਰਮੀ ਰਾਜੇ ਦੀ ਮੌਤ ਹੋ ਗਈ। ਆਖਰੀ 2 ਤੁਕਾਂ ਵਿੱਚ ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹੇ ਖੀਰ ਰੂਪੀ ਅਥਾਹ ਸਮੁੰਦਰ ਹਨ ਜਿਹੜੇ ਉਪਦੇਸ਼ ਰੂਪੀ ਅਮੋਲਕ ਰਤਨ ਪਦਾਰਥਾਂ ਨਾਲ ਭਰਪੂਰ ਹਨ। ਇਹੀ ਕਾਰਨ ਹੈ ਕਿ ਸਿੱਖਾਂ ਦੀ ਸਤਿਗੁਰੂ ਨਾਨਕ ਜੀ ਨਾਲ ਸੱਚੀ ਪ੍ਰੀਤ ਹੈ। ਭਾਈ ਸਾਹਿਬ ਜੀ ਨੇ ਸਮਝਾਇਆ ਹੈ ਕਿ ਗੁਰੂ ਦੀ ਸਿੱਖਿਆ ਅਜਿਹੀ ਹੈ ਜੋ ਸਿੱਖ ਦੀ ਮੱਤ ਨੂੰ ਰਤਨਾਂ, ਜਵਾਹਰਾਂ ਅਤੇ ਮਾਣਕਾਂ ਨਾਲ ਭਰਪੂਰ ਕਰ ਦਿੰਦੀ ਹੈ। ਮੱਤ ਵਿੱਚ ਰਤਨ, ਜਵਾਹਰ, ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਤਿਗੁਰਾਂ ਤੋਂ ਭਰੋਸਾ ਹਟਾ ਕੇ ਨਿਰਮੂਲ ਕਥਾ ਕਹਾਣੀਆਂ ਦਾ ਅਸਰ ਕਬੂਲ ਕਰ ਲੈਣਾ ਅਸਿੱਖੀ ਹੈ। ਭਾਈ ਗੁਰਦਾਸ ਜੀ ਗੁਰਮਤਿ ਸਿਧਾਂਤ ਦੇ ਗਿਆਤਾ, ਪੂਰਨ ਗੁਰਮੁਖ ਅਤੇ ਸ਼ਰਧਾਵਾਨ ਸਿਦਕੀ ਸਿੱਖ ਸਨ। ਉਹ ਗੁਰਮਤਿ ਦੇ ਵਿਰੋਧ ਵਿੱਚ ਇੱਕ ਅੱਖਰ ਵੀ ਨਹੀਂ ਸਨ ਲਿਖ ਸਕਦੇ। ਪਿਆਰਾਂ ਲੱਦੇ ਮਿੱਠ ਬੋਲੜੇ ਸੱਜਣ ਸ੍ਰੀ ਗੁਰੂ ਨਾਨਕ ਜੀ ਦੇ ਤੀਸਰੇ ਸਰੂਪ ਸਮੇਂ ਤੋਂ ਭਾਈ ਸਾਹਿਬ ਜੀ ਗੁਰੂ ਘਰ ਦੇ ਸੱਚੇ ਸੇਵਕ ਬਣ ਚੁੱਕੇ ਸਨ। ਉੱਚ ਕੋਟੀ ਦੇ ਵਿਦਵਾਨ ਅਤੇ ਅਨੁਭਵੀ ਗੁਰਮੁਖ ਭਾਈ ਸਾਹਿਬ ਜੀ ਵੀ ਆਪਣੇ ਸੁਆਮੀ ਵਾਂਗ ਮਿੱਠ ਬੋਲੜੇ ਸਨ। ਵਿਪਰ ਦੀਆਂ ਲਿਖੀਆਂ ਕਥਿਤ ਧਾਰਮਿਕ ਕਥਾ ਕਹਾਣੀਆਂ ਪ੍ਰਤੀ ਸ਼ਰਧਾ ਰੱਖਣ ਵਾਲਿਆਂ ਦਾ ਦਿਲ ਦੁਖੀ ਕਰਨਾ ਵੀ ਭਾਈ ਸਾਹਿਬ ਨਹੀਂ ਸਨ ਚਾਹੁੰਦੇ, ਪਰ ਗੁਰਮਤਿ ਸਿਧਾਂਤ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦੀ ਸੇਵਾ ਵੀ ਨਿਭਾਉਣੀ ਸੀ।
ਉਹਨਾਂ ਨੇ ਵੀ ਗੁਰਮਤਿ ਪ੍ਰਚਾਰ ਦਾ ਉਹੀ ਢੰਗ ਅਪਣਾ ਲਿਆ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪ੍ਰਚਲਿਤ ਕੀਤਾ ਸੀ। ਪੁਰਾਣਾਂ ਵਿੱਚ ਲਿਖੀਆਂ ਪ੍ਰਚਲਿਤ ਕਹਾਣੀਆਂ ਦਾ ਜ਼ਿਕਰ ਕਰਕੇ ਹਰ ਪੌੜੀ ਦੇ ਅੰਤ ਵਿੱਚ ਗੁਰਮਤਿ ਦੇ ਸਿਧਾਂਤ ਨੂੰ ਅਜਿਹੇ ਅਰਥ ਭਰਪੂਰ ਸ਼ਬਦਾਂ ਵਿੱਚ ਲਿਖਣਾ ਕਿ ਗੁਰਮਤਿ ਸਿਧਾਂਤ ਦਾ ਪੱਖ ਮਿਥਿਹਾਸਕ ਗਾਥਾ ਵਿਚਲੇ ਗਿਆਨ ਤੋਂ ਉੱਤਮ ਹੋ ਦਿਸਦਾ ਸੀ। ਇਸ ਵਿਧੀ ਨਾਲ ਕੀਤੇ ਗੁਰਮਤਿ ਪ੍ਰਚਾਰ ਨਾਲ ਬਿਨਾਂ ਕਿਸੇ ਦਾ ਦਿਲ ਦੁਖਾਇਆ ਪੁਰਾਣਕ ਗਾਥਾ ਨਾਲੋਂ ਗੁਰਮਤਿ ਸਿਧਾਂਤ ਉੱਤਮ ਹੋ ਦਿਸਦਾ ਹੈ ਅਤੇ ਪੁਰਾਣਕ ਗਾਥਾ ਆਪਣੇ ਆਪ ਕਲਪਨਾ ਦੀ ਉਪਜ ਸਿੱਧ ਹੋਣ ਲੱਗ ਪੈਂਦੀ ਹੈ। ਸਾਡੀ ਬਦਕਿਸਮਤੀ ਹੈ ਕਿ ਕਈ ਸਿੱਖ ਪ੍ਰਚਾਰਕ ਸਿਰਫ ਮਾਇਆ ਦੀ ਉਗਰਾਹੀ ਨੂੰ ਹੀ ਆਪਣਾ ਧਰਮ ਮੰਨ ਕੇ ਭਾਈ ਗੁਰਦਾਸ ਜੀ ਦੀਆਂ ਅਜਿਹੀਆਂ ਵਾਰਾਂ ਜਿਨ੍ਹਾਂ ਵਿੱਚ ਪੁਰਾਣਕ ਕਹਾਣੀਆਂ ਦਾ ਵਰਣਨ ਹੁੰਦਾ ਹੈ ਵਿਚਲੇ ਗੁਰਮਤਿ ਭਾਵ ਨੂੰ ਵਿਗਾੜ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹੁੰਦੇ ਹਨ। ਸਿੱਖੀ ਵਿੱਚ ਵਿਪਰਨ ਕੀ ਰੀਤ ਦੇ ਆ ਵੜਨ ਦਾ ਇਹ ਵੀ ਇੱਕ ਵੱਡਾ ਕਾਰਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਲਿਖੀ ਸੀ। ਮਾਰੂ ਰਾਗ ਵਾਲਾ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਦਾ ਮਹਾਵਾਕ ਜਿਸ ਵਿੱਚ ਖੀਰ ਸਮੁੰਦਰ ਨਹੀਂ ਸਗੋਂ ਖਾਰ ਸਮੁੰਦਰ ਲਿਖ ਕੇ ਨਾਸ਼ਵੰਤ ਪਦਾਰਥਾਂ ਦੀ ਪ੍ਰਾਪਤੀ ਵਾਲੀ ਕਹਾਣੀ ਦਾ ਜ਼ੋਰਦਾਰ ਖੰਡਨ ਕੀਤਾ ਹੋਇਆ ਹੈ ਵੀ ਭਾਈ ਸਾਹਿਬ ਜੀ ਨੇ ਆਪਣੇ ਹੱਥੀਂ ਲਿਖਿਆ ਸੀ। ਫਿਰ ਉਸ ਖੀਰ ਸਮੁੰਦਰ ਰਿੜਕਣ ਵਾਲੀ ਪੁਰਾਣਕ ਗਾਥਾ ਨੂੰ ਸੱਚ ਕਿਵੇਂ ਮੰਨ ਸਕਦੇ ਸਨ। ਮਹਾਵਾਕ ਇਸ ਪ੍ਰਕਾਰ ਹੈ। ਖੀਰ ਸਮੁੰਦਰ ਟੰਡੋਲੀਏ ਇੱਕ ਮਣੀਆਂ ਪਾਵੈ, ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੈ, ਗੁਰ ਸਾਗਰ ਸਤ ਸੇਵੀਐ ਦੇ ਤੋਟ ਨਾ ਆਵੇ। ਮਾਰੂ ਮਹੱਲਾ ਪਹਿਲਾ ਪੰਨਾ 1012। ਇਸ ਮਹਾਵਾਕ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਹੋਰ ਵਿਦਵਾਨਾਂ ਵਾਂਗ ਲਗਭਗ ਇਹੀ ਲਿਖੇ ਹਨ। ਇਸ ਗੱਲ ਦੀ ਬੜੀ ਵਡਿਆਈ ਕੀਤੀ ਜਾਂਦੀ ਹੈ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਤੇ ਉਸ ਵਿੱਚੋਂ 14 ਰਤਨ ਨਿਕਲੇ। ਭਲਾ ਜੇ ਖਾਰਾ ਭਾਵ ਦੁੱਧ ਦਾ ਸਮੁੰਦਰ ਹੋਣਾ ਤਾਂ ਹੈ ਹੀ ਅਣਹੋਣੀ ਗੱਲ, ਉਹ ਤਾਂ ਦੁੱਧ ਵਾਂਗ ਮਿੱਠਾ ਵੀ ਕਦੇ ਨਹੀਂ ਹੋ ਸਕਦਾ, ਅਰਥਾਤ ਸਮੁੰਦਰ ਹੁੰਦਾ ਹੀ ਖਾਰਾ ਹੈ। ਸਮੁੰਦਰ ਰਿੜਕਿਆ ਜਾਏ, ਉਸ ਵਿੱਚੋਂ ਕੋਈ ਰਤਨ ਵੀ ਕੱਢ ਲਵੇ ਤਾਂ ਕਿਹੜੀ ਮੱਲ ਮਾਰ ਲਈ। ਆਖਰ ਨਾਸ਼ਵੰਤ ਪਦਾਰਥ ਰਤਨ 2-4 ਦਿਨ ਹੀ ਸੋਹਣੇ ਲੱਗਦੇ ਹਨ, ਅੰਤ ਉਹਨਾਂ ਨੂੰ ਮਿੱਟੀ ਖਾ ਲੈਂਦੀ ਹੈ। ਉੱਪਰ ਲਿਖੀ ਵਾਰ ਵਿੱਚ ਪਹਿਲਾਂ ਸੰਖੇਪ ਸ਼ਬਦਾਂ ਵਿੱਚ ਪੂਰੀ ਪੁਰਾਣਕ ਗਾਥਾ ਦਾ ਪੂਰਾ ਰੂਪਾਂਤਕ ਲਿਖ ਦਿੱਤਾ। ਰਤਨਾਂ ਦੀ ਵੰਡ ਵੀ ਪੁਰਾਣਾ ਵਿਚਲੀ ਗਾਥਾ ਵਾਲੀ ਹੀ ਹੈ, ਪਰ ਪੌੜੀ ਦੀ 6ਵੀਂ ਸਤਰ ਵਿੱਚ ਧਨੰਤਰ ਵੈਦ ਦੀ ਕੁਟਲਤਾ ਦਾ ਵਿਸ਼ੇਸ਼ ਜ਼ਿਕਰ ਭਾਈ ਸਾਹਿਬ ਨੇ ਕਿਸ ਕਾਰਨ ਕੀਤਾ ਹੈ। ਇਸੇ ਤੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਰਤਨਾਂ ਦੀ ਵੰਡ ਦਾ ਵੇਰਵਾ ਦੱਸਣ ਵਿੱਚ ਵੀ ਭਾਈ ਸਾਹਿਬ ਦੇ ਕਈ ਪ੍ਰਸ਼ਨ ਲੁਕੇ ਹੋਏ ਹਨ। ਆਓ ਹਰ ਸਤਰ ਵਿੱਚ ਸਮੋਏ ਉਹਨਾਂ ਪ੍ਰਸ਼ਨਾਂ ਬਾਰੇ ਕ੍ਰਮਵਾਰ ਵਿਚਾਰ ਕਰ ਲਈਏ। ਨੰਬਰ 1, ਪਾਣੀ ਦੇ ਥਾਂ ਪੁਰਾਣਾਂ ਵਿੱਚ ਦੁੱਧ ਦਾ ਸਮੁੰਦਰ ਲਿਖਿਆ ਹੈ। ਧਰਤੀ ਉੱਤੇ ਅਜਿਹਾ ਸਮੁੰਦਰ ਕਦੇ ਨਹੀਂ ਹੋਇਆ ਜਿਸ ਵਿੱਚ ਪਾਣੀ ਦੀ ਥਾਂ ਦੁੱਧ ਭਰਿਆ ਹੋਵੇ। ਫਿਰ ਇਹ ਸਮੁੰਦਰ ਕਿਸ ਧਰਤੀ 'ਤੇ ਸੀ ਅਤੇ ਫਿਰ ਇਸ ਪੁਰਾਣਾਂ ਵਿੱਚ ਲਿਖੇ ਧਰਤੀ ਦੇ ਪਹਾੜ ਨੂੰ ਖੀਰ ਸਮੁੰਦਰ ਵਾਲੀ ਧਰਤੀ 'ਤੇ ਕਿਉਂ ਲਿਜਾਇਆ ਗਿਆ ਕਿ ਉਸ ਧਰਤੀ 'ਤੇ ਪਹਾੜ ਕੋਈ ਨਹੀਂ ਸੀ। ਨੰਬਰ 2, ਧਨ ਦੌਲਤ ਦੀ ਦੇਵੀ ਲਕਸ਼ਮੀ ਨੂੰ ਵਿਸ਼ਨੂੰ ਦੀ ਪੁਰਾਣਾਂ ਅਨੁਸਾਰ ਅਜਿਹੀ ਇਸਤਰੀ ਦੱਸਿਆ ਗਿਆ ਹੈ ਜਿਸ ਦਾ ਗੰਗਾ ਅਤੇ ਸਰਸਵਤੀ ਵਾਂਗ ਕਦੇ ਤਿਆਗ ਨਹੀਂ ਕੀਤਾ ਗਿਆ, ਪੱਕੀ ਅਤੇ ਸਦੀਵੀ ਪਤਨੀ ਦੱਸਿਆ ਗਿਆ ਹੈ। ਫਿਰ ਕੀ ਖੀਰ ਸਮੁੰਦਰ ਵਿੱਚੋਂ ਲਕਸ਼ਮੀ ਨੂੰ ਕੱਢਣ ਤੋਂ ਪਹਿਲਾਂ ਵਿਸ਼ਨੂੰ ਜੀ ਕੁਆਰੇ ਹੀ ਸਨ? ਸ਼ਿਵ ਪੁਰਾਣ ਦੇ ਸਿਵਾ ਹੋਰ ਪੁਰਾਣਾਂ ਅਤੇ ਵੇਦਾਂ ਆਦਿ ਦੀ ਲਿਖਤ ਅਨੁਸਾਰ ਵਿਸ਼ਨੂੰ ਜੀ ਹੀ ਸੰਸਾਰ ਦੇ ਸਿਰਜਣਹਾਰ ਅਤੇ ਕਣ-ਕਣ ਵਿੱਚ ਰਮੇ ਹੋਏ ਰਾਮ ਹਨ। ਫਿਰ ਉਹਨਾਂ ਨੂੰ ਇਹ ਕਿਵੇਂ ਪਤਾ ਨਾ ਲੱਗਾ ਕਿ ਉਹਨਾਂ ਦੀ ਧਰਮ ਪਤਨੀ ਵੀ ਉਸੇ ਖੀਰ ਸਮੁੰਦਰ ਵਿੱਚ ਹੈ ਜਿਸ ਵਿੱਚ ਉਹਨਾਂ ਦਾ ਆਪਣਾ ਬਿਸਤਰਾ ਹੈ। ਫਿਰ ਜਦ ਵੇਦਾਂ ਦੀ ਅਥਵਾ ਧਰਤੀ ਦੀ ਖਲਾਸੀ ਕਰਾਉਣ ਲਈ ਮੱਛ ਅਵਤਾਰ ਅਤੇ ਵਰਾਹ ਅਵਤਾਰ ਧਾਰ ਕੇ ਬੁੱਤਾ ਸਾਰ ਲੈਂਦੇ ਸਨ ਤਾਂ ਆਪਣੀ ਪਿਆਰੀ ਇਸਤਰੀ ਦੀ ਪ੍ਰਾਪਤੀ ਲਈ ਸਾਰੇ ਦੇਵਤਿਆਂ ਅਤੇ ਦੈਂਤਾਂ ਦੀ ਭੀੜ ਇਕੱਠੀ ਕਰਕੇ ਲਕਸ਼ਮੀ ਨੂੰ ਪਹਾੜ ਮਧਾਣੀ ਦੇ ਰਗੜਿਆਂ ਨਾਲ ਕਿਸ ਕਾਰਨ ਦੁਖੀ ਕੀਤਾ ਗਿਆ। ਇਹਨਾਂ ਰਤਨਾਂ ਦੀ ਪ੍ਰਾਪਤੀ ਵਾਸਤੇ ਕਰਨ ਕਾਰਨ ਸਮਰੱਥ ਵਿਸ਼ਨੂੰ ਜੀ ਨੂੰ ਦੇਵਤਿਆਂ ਅਤੇ ਦੈਂਤਾਂ ਦੀ ਸਹਾਇਤਾ ਮੰਗਣ ਦੀ ਮੁਤਾਜੀ ਲੋੜ ਕਿਸ ਕਾਰਨ ਪਈ। ਨੰਬਰ 4, ਵਿਸ਼ਨੂੰ ਰੱਬ ਜੀ ਦੀਆਂ ਕਿਹੜੀਆਂ ਕਾਮਨਾ
ਪੂਰੀਆਂ ਹੋਣੋਂ ਰਹਿ ਜਾਂਦੀਆਂ ਸਨ ਜੋ ਉਹਨਾਂ ਨੇ ਕਲਪ ਬ੍ਰਿਸ਼ ਆਪ ਸਾਂਭ ਲਿਆ। ਜੇ ਸਾਰੀ ਸ੍ਰਿਸ਼ਟੀ ਦੇ ਉਹ ਆਪ ਹੀ ਕਰਤਾ ਹਨ ਤਾਂ ਫਿਰ ਰਤਨ ਕਿਸ ਰੱਬ ਦੀ ਕਿਰਤ ਸਨ, ਜਿਨ੍ਹਾਂ ਦੀ ਅਜਿਹੀ ਉਚੇਚੀ ਲੋੜ ਆ ਪਈ ਕਿ ਵਿਸ਼ਨੂੰ ਭਗਵਾਨ ਜੀ ਨੂੰ ਕੱਛ ਬਣ ਕੇ ਸਮੁੰਦਰ ਦੇ ਅਥਾਹ ਗਾਰੇ ਵਿੱਚ ਮੂਧੇ ਮੂੰਹ ਪੈ ਕੇ ਮੰਦੀ ਹਾਲੀ ਆਪਣੀ ਪਿੱਠ 'ਤੇ ਪਹਾੜ ਮਧਾਣੀ ਦੇ ਰਗੜੇ ਸਹਿਣੇ ਪਏ। ਅਜਿਹਾ ਕੰਮ ਤਾਂ ਬੜੇ ਲਾਲਚੀ ਅਤੇ ਤ੍ਰਿਸ਼ਨਾ ਅੱਗ ਨਾਲ ਸੜੇ ਮਨੁੱਖ ਦੇ ਹਿੱਸੇ ਦਾ ਹੈ। ਫਿਰ ਜਦ ਤ੍ਰਿਸ਼ਨਾ ਦੇ ਕਾਰਨ ਪ੍ਰਭੂ ਦੀ ਹਾਲਤ ਇੱਥੋਂ ਤੱਕ ਨਿੱਘਰ ਸਕਦੀ ਹੈ ਤਾਂ ਸੰਸਾਰੀ ਲੋਕਾਂ ਨੂੰ ਸਬਰ ਸੰਤੋਖ ਦੀ ਸਿੱਖਿਆ ਕਿਹੜਾ ਦੇ ਸਕੇਗਾ। 14 ਰਤਨਾਂ ਵਿੱਚੋਂ 5 ਆਪ ਹੀ ਸਾਂਭ ਲੈਣ ਵਾਲਾ ਮਾਇਆਧਾਰੀ ਅਤੇ ਪਰਲੇ ਦਰਜੇ ਦਾ ਬੇਅਸੂਲਾ ਦਰਸਾ ਕੇ ਵਿਪਰ ਜੀ ਨੇ ਵਿਸ਼ਨੂੰ ਭਗਵਾਨ ਜੀ ਦੀ ਕਿਸ ਕਿਸਮ ਦੀ ਵਡਿਆਈ ਕੀਤੀ ਹੈ। ਫਿਰ ਅਜਿਹੇ ਲਾਲਚੀ ਸਵਾਰਥੀ ਅਤੇ ਮਾਇਆ ਮੋਹ ਗ੍ਰਸੇ ਰੱਬ ਨੂੰ ਨਿਰੰਜਨ ਕਿਵੇਂ ਕਿਹਾ ਜਾਵੇ ਕਿ ਅਜਿਹਾ ਕੁਝ ਲਿਖ ਕੇ ਬ੍ਰਾਹਮਣ ਨੇ ਵਿਸ਼ਨੂੰ ਜੀ ਦੀ ਹੇਠੀ ਤਾਂ ਨਹੀਂ ਕੀਤੀ। ਤੀਸਰੀ, ਚੌਥੀ ਅਤੇ 5ਵੀਂ ਸਤਰ ਵਿੱਚ ਵੀ ਰਤਨਾਂ ਦੀ ਵੰਡ ਦਾ ਹੀ ਵੇਰਵਾ ਹੈ। ਇਹਨਾਂ ਵਿੱਚ ਲੁਕੇ ਪ੍ਰਸ਼ਨਾਂ ਦਾ ਵੇਰਵਾ ਇਉਂ ਹੈ। ਨੰਬਰ 1, ਸ੍ਰਿਸ਼ਟੀ ਦੇ ਕਥਿਤ ਸਿਰਜਣਹਾਰ ਬ੍ਰਹਮਾ ਜੀ ਨੂੰ ਬ੍ਰਾਹਮਣ ਅਤੇ ਵੇਦਾਂ ਦੇ ਗਿਆਤਾ ਜਾਣ ਕੇ ਸਮੁੰਦਰ ਰਿੜਕਣ ਦੇ ਔਖੇ ਕੰਮ ਵਿੱਚ ਪੈਣੋਂ ਬਚਾਈ ਰੱਖਣ ਲਈ ਉਸ ਨੂੰ ਸ਼ਾਮਲ ਨਹੀਂ ਸੀ ਕੀਤਾ ਗਿਆ ਕਿ ਜਦ ਬ੍ਰਹਮਾ ਜੀ ਨੇ ਤਿਆਗੀ ਹੋਣ ਦਾ ਦਿਖਾਵਾ ਕਰਨ ਲਈ ਰਤਨ ਗ੍ਰਹਿਣ ਕਰਨ ਦਾ ਵੀ ਤਿਆਗ ਕਰ ਦਿੱਤਾ ਸੀ। ਐਡੇ ਪ੍ਰਧਾਨ ਦੇਵਤੇ ਨੂੰ ਕੋਈ ਮਾੜਾ ਮੋਟਾ ਰਤਨ ਵੀ ਨਾ ਮਿਲਣ ਦਾ ਆਖਰ ਕਾਰਨ ਕੀ ਸੀ। ਨੰਬਰ 2, ਕਥਿਤ ਤੌਰ 'ਤੇ ਕਣ-ਕਣ ਵਿੱਚ ਰਮੇ ਹੋਏ ਵਿਸ਼ਨੂੰ ਜਿਹੇ ਭਗਵਾਨ ਮਹਾਕਾਲ ਸ਼ਿਵ ਜੀ ਅਥਵਾ ਸਾਰੇ 33 ਕਰੋੜ ਦੇਵਤਿਆਂ ਦੇ ਹੁੰਦਿਆਂ ਅਜਿਹੀ ਕਿਹੜੀ ਪਰਮ ਸ਼ਕਤੀ ਸੀ ਜਿਸ ਨੇ ਰਤਨ ਬਣਾ ਕੇ ਉਸੇ ਖੀਰ ਸਮੁੰਦਰ ਵਿੱਚ ਲੁਕਾ ਦਿੱਤੇ ਜਿੱਥੇ ਵਿਸ਼ਨੂੰ ਜੀ ਅਤੇ ਸ਼ੇਸ਼ਨਾਗ ਜੀ ਦਾ ਵਾਸਾ ਸੀ ਅਤੇ ਰਤਨਾਂ ਬਾਰੇ ਕਿਸੇ ਨੂੰ ਕੰਨੋ ਕੰਨ ਖਬਰ ਹੀ ਨਾ ਹੋ ਸਕੀ। ਦਿਨ ਵੇਲੇ ਸੂਰਜ ਭਗਵਾਨ ਅਤੇ ਰਾਤ ਵੇਲੇ ਚੰਦਰ ਦੇਵਤਾ ਰਤਨ ਲੁਕਾਉਣ ਵਾਲੀ ਉਸ ਗੈਬੀ ਸ਼ਕਤੀ ਨੂੰ ਅਜਿਹੀ ਚਲਾਕੀ ਕਰਦਿਆਂ ਕਿਸ ਕਾਰਨ ਨਾ ਵੇਖ ਸਕੇ। ਉਸ ਭੇਦ ਭਰੀ ਪਰਮ ਸ਼ਕਤੀ ਨੇ ਕਿਹੜੀ ਅਨੋਖੀ ਸਕੀਮ ਨਾਲ ਸਮੁੰਦਰ ਵਿੱਚ ਇਹਨਾਂ ਰਤਨਾਂ ਨੂੰ ਲੁਕਾਇਆ ਹੋਇਆ ਸੀ ਜੋ ਸਵਾਏ ਰਿੜਕਣ ਦੇ ਹੋਰ ਕਿਸੇ ਤਰ੍ਹਾਂ ਜਿਵੇਂ ਚੁਰਾਏ ਹੋਏ ਵੇਦਾਂ ਨੂੰ ਅਤੇ ਉਧਾਲੀ ਹੋਈ ਧਰਤੀ ਮਾਂ ਨੂੰ ਮੱਛ ਅਵਤਾਰ ਅਤੇ ਵਰਾਹ ਅਵਤਾਰ ਹੋ ਕੇ ਸਮੁੰਦਰ ਵਿੱਚੋਂ ਕੱਢੇ ਹੀ ਨਹੀਂ ਸੀ ਜਾ ਸਕਦੇ। ਨੰਬਰ 3, ਇਹ ਦੂਜ ਵਾਲਾ ਚੰਦ ਕੀ ਉਹੀ ਸੀ ਜਿਹੜਾ ਅਸਮਾਨੀ ਚੜ੍ਹਿਆ ਘਟਦਾ ਵੱਧਦਾ ਸੰਸਾਰ ਦੀ ਰੌਣਕ ਬਣਿਆ ਹੋਇਆ ਹੈ ਕਿ ਜਾਂ ਸ਼ਿਵ ਜੀ ਲਈ ਖਾਸ ਤੌਰ 'ਤੇ ਬਣਾਇਆ ਕੋਈ ਗਹਿਣਾ ਸੀ। ਨੰਬਰ 4, ਸਵਾਸਾਂ ਦੇ ਆਸਰੇ ਹੀ ਜਿਉਂਦੇ ਰਹਿ ਸਕਣ ਵਾਲੇ ਜੀਵ। ਨੰਬਰ 1, 2 ਦੇਵੀਆਂ। ਨੰਬਰ 2, ਹਾਥੀ। ਨੰਬਰ 3, ਘੋੜਾ ਅਤੇ ਨੰਬਰ 4, ਧਨੰਤਰ ਵੈਦ ਨੂੰ ਕਿਹੜੀ ਸ਼ਕਤੀ ਨੇ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਬਚਾਈ ਰੱਖਿਆ। ਕੀ ਸਮੁੰਦਰ ਵਿੱਚ ਕੋਈ ਉਚੇਚੇ ਪ੍ਰਬੰਧਾਂ ਵਾਲੇ ਮਹੱਲ ਸਨ ਜਿੱਥੇ ਅਜਿਹੇ ਜੀਵ ਬਚੇ ਰਹਿ ਸਕਦੇ ਸਨ। ਅਜਿਹਾ ਸਾਰਾ ਪ੍ਰਬੰਧ ਕਿਹੜੀ ਸ਼ਕਤੀ ਨੇ ਕੀਤਾ ਅਤੇ ਬਿਨਾਂ ਕਿਸੇ ਪ੍ਰਧਾਨ ਦੇਵਤੇ ਅਥਵਾ ਭਗਵਾਨ ਵਿਸ਼ਨੂੰ ਸ਼ਿਵ ਜੀ ਜਾਂ ਇੰਦਰ ਆਦਿ ਨੂੰ ਪਤਾ ਲੱਗਣ ਦੇ ਇਹਨਾਂ ਜੀਆਂ ਦੀ ਉਤਪਤੀ ਬ੍ਰਹਮਾ ਦੀ ਮਰਜ਼ੀ ਤੋਂ ਬਿਨਾਂ ਕਿਵੇਂ ਹੋ ਗਈ। ਨੰਬਰ 5, ਰੱਥ ਨੂੰ ਖਿੱਚਣ ਲਈ ਸਤਮੂਹਾ ਘੋੜਾ ਮਿਲਣ ਤੋਂ ਪਹਿਲਾਂ ਇਹ ਸੂਰਜ ਭਗਵਾਨ ਸੰਸਾਰ ਦੀ ਸੇਵਾ ਕਿਵੇਂ ਕਰਦਾ ਸੀ ਕਿ ਘੋੜੇ ਨੂੰ ਸੂਰਜ ਦੀ ਅਥਾਹ ਗਰਮੀ ਦੁਖੀ ਤਾਂ ਨਹੀਂ ਕਰਦੀ ਕਿ ਸੂਰਜ ਵਿਚਲੀ ਗਰਮੀ ਵੀ ਦੇਵਤਿਆਂ ਵਾਂਗ ਹੀ ਪੱਖਪਾਤੀ ਹੈ ਜੋ ਕਰੋੜਾਂ ਮੀਲ ਦੂਰ ਧਰਤੀ ਦੇ ਜੀਆਂ ਨੂੰ ਤਾਂ ਭੁੰਨ ਕੇ ਰੱਖ ਦਿੰਦੀ ਹੈ ਪਰ ਆਪਣੇ ਰੱਥ ਨੂੰ ਜਾਂ ਉਸ ਨੂੰ ਖਿੱਚਣ ਵਾਲੇ ਘੋੜੇ ਨੂੰ ਸਾੜ ਕੇ ਸੁਆਹ ਨਹੀਂ ਕਰਦੀ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੋ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਅਤ ਭਾਰੀ ਕਰਮ ਮਿਲੇ ਸੁਖ ਪਾਈ ਹੈ। ਮਾਰੂ ਸੋਹਲੇ ਮਹਲਾ ਚੌਥਾ ਪੰਨਾ 1069। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।